ਤੇ ਤੁਸੀਂ ਆਪਣਾ ਐਮਬੈਸੀ ਨਾਲ ਸੰਪਰਕ ਕੀਤਾ ਜਾਂ ਉਹਨਾਂ ਨੇ ਤੁਹਾਡੇ ਨਾਲ ਕੀਤਾ ਹੋਵੇ? ਸਰ ਐਮਬੈਸੀ ਨੇ ਆਪਣੇ ਹੈਲਪਲਾਈਨ ਨੰਬਰ ਦਿੱਤੇ ਨੇ, ਪਰ ਉਹ ਬਿਜ਼ੀ ਨੇ ਆ ਰਹੇ ਨੇ ਕਿ ਗੱਲ ਹੋ ਨਹੀਂ ਪਈ। ਇਸ ਵਕਤ ਯੂਕਰੇਨ 'ਚ 18 ਤੋਂ 20,000 ਬੱਚਾ ਫਸਿਆ ਹੋਇਆ ਹੈ। ਸਰ ਕਾਫੀ ਜਿੰਨੀਆਂ ਬਿਲਡਿੰਗਸ ਹੈ ਸਾਰੀਆਂ ਬਿਲਡਿੰਗ ਦੇ ਅੰਡਰ ਇੱਕ ਬੰਕਰ ਹੈ, ਤੇ ਜਦੋਂ ਵੀ ਕੁਝ ਹੁੰਦਾ ਲੋਕ ਉਸ ਥੱਲੇ ਆ ਜਾਂਦੇ ਉੱਥੇ। ਕਿੰਨੇ ਚਿਰ ਤੋਂ ਰਹਿ ਰਹੇ ਸੀ ਤੇ ਉੱਥੇ ਜਦੋਂ ਤੁਸੀਂ ਆਏ ਉਸ ਤਰ੍ਹਾਂ ਕਿਸ ਤਰ੍ਹਾਂ ਮਾਹੌਲ ਚ ਉੱਥੇ? ਮੈਂ ਉੱਥੇ 6 ਸਾਲ ਤੋਂ ਰਹਿ ਰਿਹਾ। ਜਦੋਂ ਮੈਂ ਇੱਥੇ ਆਇਆ ਸੀਗਾ ਉਦੋਂ ਸਿਰਫ ਜਮਾ ਬਿਲਕੁਲ ਨਾਰਮਲ ਮਾਹੌਲ ਸੀ ਉੱਥੇ। ਹੁਣ ਤਾਂ ਸਿਟੀ ਦੇ ਵਿੱਚ ਵੀ ਸ਼ੈਲਿੰਗ ਹੋ ਰਹੀ ਹੈ, ਪਹਿਲਾਂ ਸਿਟੀ ਦੇ ਵਿੱਚ ਨਹੀਂ ਸੀ, ਪਹਿਲਾਂ ਬਾਰਡਰ ਏਰੀਆ 'ਚ ਹੀ ਸੀਗੀ। ਹੁਣ ਖਾਰਕੀ ਸਿਟੀ 'ਚ ਵੀ ਬਹੁਤ ਜ਼ਿਆਦਾ ਸ਼ੈਲਿੰਗ ਹੋ ਰਹੀ ਹੈ, ਤਾਂ ਬੱਚੇ ਬਹੁਤ ਜ਼ਿਆਦਾ ਪੈਨਿਕ ਹੈ ਉੱਥੇ। ਬਰਨਾਲਾ ਜ਼ਿਲ੍ਹੇ ਦੇ ਕਸਬਾ ਤਪਾ ਦੇ 2 ਵਿਦਿਆਰਥੀ ਯੂਕਰੇਨ ਦੇ ਵਿੱਚ ਫਸੇ ਹੋਏ ਨੇ। ਇਨ੍ਹਾਂ ਵਿਦਿਆਰਥੀਆਂ ਦੇ ਪਰਿਵਾਰਾਂ ਨੇ ਕੇਂਦਰ ਸਰਕਾਰ ਤੋਂ ਬੱਚਿਆਂ ਨੂੰ ਜਲਦੀ ਭਾਰਤ ਲਿਆਉਣ ਦੀ ਮੰਗ ਕਰ ਰਹੇ ਨੇ। ਵਿਦਿਆਰਥੀਆਂ ਨੇ ਵੀਡੀਓ ਕਾਲ ਦੇ ਵਿੱਚ ਦੱਸਿਆ ਕਿ ਯੂਕਰੇਨ ਦੇ ਵਿੱਚ ਸਥਿਤੀ ਬਹੁਤ ਹੀ ਵਿਗੜਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੱਚੇ ਸ਼ਹਿਰ ਦੇ ਵਿੱਚ ਬਣਨ ਵਾਲੇ ਮੈਟਰੋ ਸਟੇਸ਼ਨ ਦੇ ਬੰਕਰ ਦੇ ਵਿੱਚ ਰਹਿ ਰਹੇ ਨੇ। ਫੋਨ ਤੇ ਗੱਲਬਾਤ ਕਰਦੇ ਦੌਰਾਨ ਬੱਚੇ ਦੱਸ ਰਹੇ ਨੇ ਕਿ ਯੂਕਰੇਨ ਦੇ ਵਿੱਚ ਭੋਜਨ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਨੇ। ਪਰਿਵਾਰਾਂ ਨੇ ਕਿਹਾ ਕਿ ਉਹਨਾਂ ਨੇ ਵਿਦੇਸ਼ ਮੰਤਰਾਲੇ ਅਤੇ ਭਾਰਤ ਸਰਕਾਰ ਨੂੰ ਬੱਚਿਆਂ ਨੂੰ ਬਾਹਰ ਕੱਢਣ ਦੀ ਅਪੀਲ ਕੀਤੀ ਹੈ, ਪਰ ਵਿਦੇਸ਼ ਮੰਤਰਾਲੇ ਦੇ ਟਵਿੱਟਰ ਹੈਂਡਲ ਅਤੇ ਫੇਸਬੁੱਕ ਪੇਜ ਨੂੰ ਦੇਖਣ ਲਈ ਕਹਿ ਕੇ ਉਹਨਾਂ ਨੂੰ ਟਾਲ ਦਿੱਤਾ ਗਿਆ। ਇਸ ਦੇ ਨਾਲ ਹੀ ਉਹਨਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਉਹਨਾਂ ਦੇ ਬੱਚਿਆਂ ਨੂੰ ਜਲਦ ਤੋਂ ਜਲਦ ਭਾਰਤ ਲਿਆਵੇ, ਕਿਉਂਕਿ ਯੂਕਰੇਨ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਨੇ। ਕਿੱਥੇ ਫਸੇ ਆ? ਬੇਟੇ ਦਾ ਨਾਮ ਕੁੰਵਰ ਸ਼ਰਮਾ ਹੈ ਜੀ। ਉਹ MBBS ਕਰਨ ਗਿਆ ਸੀ। 6 ਸਾਲ ਦਾ ਇਹਨਾਂ ਦਾ ਕੋਰਸ ਹੁੰਦਾ। ਉਹ 5th ਈਅਰ ਦੇ ਵਿੱਚ ਹੈ। ਰਾਈਟ ਨਾਓ ਉਹ ਖਾਰਕੀਵ ਦੇ ਵਿੱਚ ਹੈ। ਔਰ ਜੋ ਸਿਚੁਏਸ਼ਨ ਜਾਂ ਜੋ ਸਾਨੂੰ ਪਤਾ ਲੱਗ ਰਿਹਾ ਕਿ ਉਹ ਜਿਸ ਤਰ੍ਹਾਂ ਬੱਚੇ ਦੱਸਦੇ ਹੈ ਕਿ ਉਹ ਇਸ ਵੇਲੇ ਮੈਟਰੋ ਸਟੇਸ਼ਨ ਜੋ ਉਹਨਾਂ ਦਾ ਬਣਿਆ ਹੋਇਆ ਉਹਦੇ ਜੋ ਬੰਕਰ ਹੈ ਉੱਥੇ ਉਹ ਸਟੇ ਕਰ ਰਹੇ ਹੈ ਇਸ ਵੇਲੇ ਐਟ ਪ੍ਰੈਜ਼ੈਂਟ। ਮਤਲਬ ਕਿ ਜਦੋਂ ਮੈਂ ਗਿਆ ਸੀ ਕਿੰਨੇ ਸਾਲ ਹੋ ਗਏ ਉਹ ਕਿਵੇਂ ਆਣਾ ਜਾਣਾ ਜਦੋਂ? 23 ਸਾਲ ਦੀ ਉਮਰ ਹੈ ਜੀ ਉਹਦੀ। ਹਰ ਸਾਲ ਮਤਲਬ ਉਹ ਆਪਣੀਆਂ ਛੁੱਟੀਆਂ 'ਚ ਜਿਸ ਤਰ੍ਹਾਂ ਜੂਨ ਦੇ ਵਿੱਚ ਉਹਨਾਂ ਦਾ ਸੈਸ਼ਨ ਕੰਪਲੀਟ ਹੋ ਜਾਂਦਾ ਸੀ ਔਰ ਸਤੰਬਰ 'ਚ ਸੈਸ਼ਨ ਸ਼ੁਰੂ ਹੁੰਦਾ ਸੀ, ਤਾਂ ਜੂਨ ਦੇ ਵਿੱਚ ਮਿਡ ਜੂਨ 'ਚ ਉਹ ਆ ਜਾਂਦੇ ਸੀ, ਤਾਂ ਆਪਣੇ ਐਂਡ ਆਫ ਅਗਸਤ ਦੇ ਵਿੱਚ ਆਪਣੇ ਉੱਥੇ ਉਹ ਚਲੇ ਜਾਂਦੇ ਸੀ ਜੀ। ਹਰ ਸਾਲ ਇੱਕ ਵਾਰੀ ਆਉਂਦੇ ਸੀ ਔਰ ਉਹ ਚਲੇ ਜਾਂਦੇ ਸੀ। ਸਮੂਥਲੀ ਚੱਲ ਰਿਹਾ ਸੀ। ਐਸ ਸੱਚ ਕੋਈ ਵੀ ਪ੍ਰੋਬਲਮ ਉਸ ਟਾਈਮ ਸਟਿਲ ਨਾਓ ਕੋਈ ਪ੍ਰੋਬਲਮ ਐਸੀ ਨਹੀਂ ਆ ਰਹੀ ਸੀ ਉਹਨਾਂ ਨੂੰ ਜੀ। ਤੇ ਹੁਣ ਜਿਵੇਂ ਕਾਫੀ ਦਿਨਾਂ ਤੋਂ ਇਹ ਚਰਚਾ ਚੱਲ ਰਹੀ ਸੀ ਤੇ ਲੜਾਈ ਲੜਨ ਦੀ ਸਾਰ ਕਿ ਪਹਿਲਾਂ ਨਹੀਂ ਨਿਕਲਣ ਚਾਹੁੰਦੇ? ਪਹਿਲਾਂ ਅਸੀਂ ਕੋਸ਼ਿਸ਼ ਬਹੁਤ ਕੀਤੀ ਸੀ। 에ਅਰ ਇੰਡੀਆ ਦੇ ਵਿੱਚ ਸੀ ਕਿ ਉਹ ਫਲਾਈਟ ਮਿਲ ਰਹੀਆਂ, ਪਰ ਉਹ ਫਿਰ ਸਾਰੀਆਂ ਬੁੱਕ ਹੋ ਜਾਂਦੀਆਂ ਸੀ। ਹੁਣ ਉਹਨਾਂ ਦੀ ਇੱਕ ਫਲਾਈਟ ਅਸੀਂ ਬੁੱਕ ਕਰਾਈ ਸੀ ਸੰਡੇ ਨੂੰ, ਚਾਰਟਰ ਫਲਾਈਟ ਸੀ। ਸੰਡੇ ਨੂੰ ਉਹਨਾਂ ਨੇ ਆਉਣਾ ਸੀਗਾ, ਤੇ ਪਰ ਉਹ ਫਿਰ ਉਹਨਾਂ ਨੇ ਪੋਸਟਪੋਨ ਕਰਤਾ ਕਿ ਮੰਡੇ ਨੂੰ ਆਉਣਾ। ਪਰ ਉਹ ਇੱਕ ਦਿਨ ਪਹਿਲਾਂ ਹੀ ਹੁਣ ਜੋ ਕੱਲ ਸਾਰੀ 에ਅਰ ਸਪੇਸ ਬੰਦ ਹੋ ਗਈ ਜਾਂ 에ਅਰਪੋਰਟ ਸਾਰੇ ਬੰਦ ਹੋ ਗਏ, ਉਸ ਗੱਲ ਕਰਕੇ ਸਾਰੀ ਪ੍ਰੋਬਲਮ ਆ ਕੇ ਹੁਣ ਉਹ ਵੀ ਫਲਾਈਟ ਦਾ ਸਾਨੂੰ ਕੀ ਸਟੇਟਸ ਹੈ ਸਾਨੂੰ ਉਸ ਬਾਰੇ ਕੁਝ ਵੀ ਨਹੀਂ ਪਤਾ ਜੀ। ਉਹਦੇ ਨਾਲ ਹੋਰ ਕਿੰਨੇ ਕੁ ਸਟੂਡੈਂਟ ਨੇ ਆਪਣੇ ਪੰਜਾਬ, ਖਾਸ ਕਰ ਆਪਣੇ ਸ਼ਹਿਰ ਦੇ ਜਾਂ ਪੰਜਾਬ? ਸ਼ਹਿਰ ਦੇ ਤਾਂ ਸਾਡੇ ਤਪਾ ਮੰਡੀ ਦੇ 4 ਬੱਚੇ ਸੀ, 2 ਬੱਚੇ ਵਾਪਸ ਆ ਗਏ, 2 ਉੱਥੇ ਉਹ ਹੈਗੇ ਆ। ਬਾਕੀ ਉਸ ਦੇ ਨਜ਼ਦੀਕ ਅਰਾਊਂਡ ਉਹ ਕਹਿ ਰਿਹਾ ਕਿ ਸਾਡੇ ਕੋਲ ਇਸ ਵੇਲੇ 150-200 ਬੱਚਾ ਦੇ ਕਰੀਬ ਜੋ ਹੈ ਉਹ ਅਸੀਂ ਉੱਥੇ ਹੈਗੇ ਆ ਜੋ ਨਜ਼ਦੀਕ ਦੇ ਹੈ। ਅਦਰਵਾਈਜ਼ ਤਾਂ ਉੱਥੇ ਤਕਰੀਬਨ ਕੋਈ 18 ਤੋਂ 20,000 ਬੱਚਾ ਮੈਡੀਕਲ ਦਾ ਉੱਥੇ ਸਟੱਡੀ ਕਰ ਰਿਹਾ ਹੈ। ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਜਦੋਂ ਤੁਹਾਡੇ ਲਾਸਟ ਟਾਈਮ ਹੁਣ ਮੈਂ ਗੱਲ ਹੋ ਰਹੀ ਹੈ ਤਾਂ? ਬੱਚੇ ਤਾਂ ਦੇਖੋ ਮਤਲਬ ਡਿਸਟ੍ਰੈਸ ਤਾਂ ਹੈਗੇ ਆ, ਪਰ ਸਾਨੂੰ ਵੀ ਹੌਸਲਾ ਦੇਣ ਵਾਸਤੇ ਉਹ ਇਹ ਕਹਿੰਦੇ ਆ ਕਿ ਸਭ ਕੁਝ ਉੱਥੇ ਠੀਕ ਮਤਲਬ ਕੰਟਰੋਲ 'ਚ ਹੈ। ਅਸੀਂ ਬੰਕਰ ਦੇ ਵਿੱਚ ਬੈਠੇ ਹਾਂ, ਅਸੀਂ ਸੇਫ ਹਾਂ, ਤੁਸੀਂ ਕੋਈ ਟੈਨਸ਼ਨ ਨਾ ਪਾਓ। ਐਗਜ਼ੈਕਟ ਕੀ ਲੋਕੇਸ਼ਨ ਕੀ ਹਾਲਾਤ ਹੈ ਇਹ TV ਵਗੈਰਾ ਜਿਸ ਤਰ੍ਹਾਂ ਦੇਖਦੇ ਹਾਂ ਕਰਦੇ ਹਾਂ ਉਸ ਤਰ੍ਹਾਂ ਪਤਾ ਲੱਗ ਜਾਂਦਾ ਹੈ। ਬੱਚੇ ਤਾਂ ਇਹੀ ਕਹਿ ਰਹੇ ਕਿ ਅਸੀਂ ਸਭ ਕੁਝ ਅਸੀਂ ਉੱਥੇ ਠੀਕ ਹਾਂ, ਪਰ ਮਾਂ-ਬਾਪ ਵੀ ਟੈਨਸ਼ਨ 'ਚ ਹੈ। ਸਾਨੂੰ ਵੀ ਇਹ ਪਤਾ ਹੈ ਕਿ ਉਹ ਬੱਚੇ ਬਹੁਤ ਉੱਥੇ ਟੈਨਸ਼ਨ 'ਚ ਨੇ, ਤੇ ਗਵਰਨਮੈਂਟ ਨੂੰ ਤਾਂ ਅਸੀਂ ਇਹੀ ਕਹਾਂਗੇ ਕਿ ਜਿੰਨੀ ਜਲਦੀ ਉੱਥੋਂ ਇਵੈਕੂਏਟ ਕਰ ਸਕਦੇ ਆ ਬੱਚਿਆਂ ਨੂੰ ਉੱਥੋਂ ਇਵੈਕੂਏਟ ਉਹ ਕਰਨ। ਉੱਥੇ ਇਹਨੂੰ ਦੱਸਿਆ ਕਿ ਉੱਥੇ ਜਿੱਥੇ ਉਹ ਸਿਟੀਜ਼ਨ ਉੱਥੇ ਕਿਸ ਤਰ੍ਹਾਂ ਦੀ ਲੜਾਈ ਦੇ ਹਾਲਾਤ ਹੈਗੇ ਨਹੀਂ? ਉੱਥੋਂ ਦੇ ਹੀ ਸੁਣੇ ਉਹ ਕਹਿ ਰਹੇ ਕਿ ਸਾਨੂੰ ਉੱਥੋਂ ਮਤਲਬ ਕੁਝ ਬਲਾਸਟ ਦੀਆਂ ਆਵਾਜ਼ਾਂ ਸਾਨੂੰ ਦੂਰ ਤੋਂ ਨਜ਼ਦੀਕ ਤੋਂ ਆਉਂਦੀਆਂ, ਤਾਂ ਜਦੋਂ ਆਉਂਦੀਆਂ ਤਾਂ ਥੋੜੀ ਬਹੁਤ ਆਵਾਜ਼ ਸਾਨੂੰ ਉਹ ਬਲਾਸਟ ਦੀ ਆਵਾਜ਼ ਸੁਣਾਈ ਦੇ ਰਹੀ ਹੈਗੀ ਹੈ। ਇਟ ਮੀਨਸ ਜੇ ਉਹ ਕਹਿ ਰਹੇ ਆ ਤਾਂ ਬੰਕਰ ਦੇ ਵਿੱਚ ਬੈਠੇ ਆ, ਸ਼ਾਇਦ ਉੱਥੋਂ ਉਹਨਾਂ ਨੂੰ ਘੱਟ ਆਵਾਜ਼ ਸੁਣਾਈ ਦਿੰਦੀ ਹੋਵੇ, ਪਰ ਉੱਥੇ ਸ਼ੈਲਿੰਗ ਤਾਂ ਇਟ ਮੀਨਸ ਹੋ ਹੀ ਰਹੀ ਹੈ ਕਿ ਜੋ ਬੱਚੇ ਕਹਿ ਰਹੇ ਕਿ ਆਵਾਜ਼ਾਂ ਸਾਨੂੰ ਸੁਣਾਈ ਦੇ ਰਹੀਆਂ, ਜਾਂ ਜੋ TV ਤੇ ਆਪਾਂ ਦੇਖ ਰਹੇ ਹਾਂ ਉਹ ਪਤਾ ਹੀ ਲੱਗ ਰਿਹਾ ਹੈ। ਉੱਥੇ ਗਵਰਨਮੈਂਟ ਨੇ ਬੰਦੋਬਸਤ ਕੀਤਾ ਹੈ ਉਹਨਾਂ ਦਾ? ਨਹੀਂ, ਗਵਰਨਮੈਂਟ ਨੇ ਸਿਰਫ ਇਹੀ ਹੈ ਕਿ ਜਦੋਂ ਸਾਇਰਨ ਵੱਜੇ ਜਾਂ ਜੋ ਅਸੀਂ ਤੁਹਾਨੂੰ ਇਨਫੋਰਮੇਸ਼ਨ ਦਈਏ ਤਾਂ ਤੁਸੀਂ ਉੱਥੇ ਮਤਲਬ ਬੰਕਰ ਦੇ ਵਿੱਚ ਆ ਕੇ ਰਹਿ ਲਓ, ਰੁਕੋ, ਪਰ ਉੱਥੇ ਕੋਈ ਖਾਣ ਪੀਣ ਦਾ ਜਾਂ ਉਹਨਾਂ ਵੱਲੋਂ ਕੋਈ ਇੰਤਜ਼ਾਮ ਨਹੀਂ ਹੈ। ਬੱਚੇ ਆਪਣੀ ਚਾਕਲੇਟ, ਬਿਸਕੁਟ ਜਾਂ ਪਾਣੀ ਆਪਣੇ ਨਾਲ ਲੈ ਜਾਂਦੇ ਨੇ।
ਭਾਰਤ ਸਰਕਾਰ ਵਿਦੇਸ਼ ਮੰਤਰਾਲੇ ਜਾਂ ਉੱਥੋਂ ਦੀ ਐਮਬੈਸੀ ਦਾ ਕੋਈ ਕਿਸ ਤਰ੍ਹਾਂ ਦਾ ਮਿਲ ਰਿਹਾ ਬੱਚਿਆਂ ਨੂੰ ਉੱਥੋਂ ਪ੍ਰੋਟੈਕਸ਼ਨ ਸਾਫ਼ ਮਿਲ ਰਿਹਾ ਕੋਈ ਵੀ? ਉੱਥੋਂ ਉਹਨਾਂ ਨੇ ਇੱਕ ਹੈਲਪਲਾਈਨ ਨੰਬਰ ਜ਼ਰੂਰ ਦਿੱਤਾ ਹੋਇਆ ਹੈਗਾ ਜੀ ਕਿ ਬੱਚੇ ਉੱਥੇ ਹੈਲਪਲਾਈਨ ਤੇ ਗੱਲ ਕਰ ਲੈਂਦੇ। ਅਸੀਂ ਵੀ ਹੈਲਪਲਾਈਨ ਤੇ ਗੱਲ ਕੀਤੀ ਹੈ, ਉਹਨਾਂ ਦਾ ਉਹੀ ਜਵਾਬ ਆਉਂਦਾ ਕਿ ਪ੍ਰਾਈਮ ਮਿਨਿਸਟਰ ਸਾਹਿਬ ਮੀਟਿੰਗ ਕਰ ਰਹੇ ਨੇ ਔਰ ਅਸੀਂ ਤੁਹਾਨੂੰ ਜਲਦੀ ਇਵੈਕੂਏਟ ਕਰਾਂਗੇ। ਸਾਡਾ ਟਵਿੱਟਰ ਹੈਂਡਲ ਫੋਲੋ ਕਰ ਲਓ ਔਰ ਸਾਡਾ ਫੇਸਬੁੱਕ ਫੋਲੋ ਕਰ ਲਓ, ਉਹਦੇ ਵਿੱਚ ਇਨਫੋਰਮੇਸ਼ਨ ਆਏਗੀ। ਅਦਰਵਾਈਜ਼ ਉਸ ਤੋਂ ਬਿਨਾਂ ਸਾਡੇ ਕੋਲ ਕੋਈ ਇਨਫੋਰਮੇਸ਼ਨ ਜਾਂ ਸਾਨੂੰ ਕੋਈ ਕਿਸੇ ਨੇ ਪਰਸਨਲੀ ਕੰਟੈਕਟ ਕੀਤਾ ਹੋਵੇ ਜਾਂ ਕੋਈ ਬੱਚਿਆਂ ਨੂੰ ਪਰਸਨਲ ਕੰਟੈਕਟ ਹੋਵੇ, ਉਹ ਕੁਝ ਨਹੀਂ ਹੈ। ਉੱਥੇ ਦੇ ਹੁਣ ਬੱਚਿਆਂ ਨੇ ਐਮਬੈਸੀ ਨਾਲ, ਇੰਡੀਅਨ ਐਮਬੈਸੀ ਨਾਲ ਅਸੀਂ ਸੰਪਰਕ ਕੀਤਾ ਜੀ। ਬੱਚਿਆਂ ਨੇ ਐਮਬੈਸੀ ਨਾਲ ਸੰਪਰਕ ਕੀਤਾ, ਉਹਨਾਂ ਨੂੰ ਇਹੀ ਵੀ ਸੇਮ ਜਵਾਬ ਮਿਲਦਾ ਕਿ ਤੁਸੀਂ ਟਵਿੱਟਰ ਹੈਂਡਲ ਜਾਂ ਆਪਣੀ ਫੇਸਬੁੱਕ ਪੇਜ ਨੂੰ ਫੋਲੋ ਕਰੋ, ਉਹਦੇ ਵਿੱਚ ਇਨਫੋਰਮੇਸ਼ਨ ਅਸੀਂ ਤੁਹਾਨੂੰ ਕਨਵੇ ਕਰਾਂਗੇ। ਜਿਵੇਂ ਤੁਹਾਨੂੰ ਮਾਹੌਲ ਖਰਾਬ ਹੋ ਰਿਹਾ ਤੇ 에어ਪੋਰਟ ਬੰਦ ਕਰ ਦਿੱਤੇ, ਕਿ ਤੁਸੀਂ ਹੁਣ ਕੀ ਚਾਹੁੰਦੇ ਹੋ? ਅਸੀਂ ਇਹ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸੁਣਨ ਨੂੰ ਚਾਹ ਰਿਹਾ ਕਿ ਬਾਈ ਰੋਡ ਬੱਚਿਆਂ ਨੂੰ ਇਵੈਕੂਏਟ ਕਰਨਗੇ, ਪਰ ਉਹ ਤਕਰੀਬਨ ਬੱਚੇ ਜੋ ਬਾਰਡਰ ਤੋਂ ਬੈਠੇ ਆ, ਉਹ ਕੋਈ 1000 ਕਿਲੋਮੀਟਰ ਤੋਂ ਬੈਠਾ, ਕੋਈ 1500 ਕਿਲੋਮੀਟਰ ਤੋਂ ਬੈਠਾ, ਉਹ ਕਿਸ ਤਰ੍ਹਾਂ ਕਰਨਗੇ? ਅਸੀਂ ਖੁਦ ਟੈਨਸ਼ਨ 'ਚ ਹਾਂ, ਬੱਚੇ ਖੁਦ ਟੈਨਸ਼ਨ 'ਚ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਬਾਈ ਰੋਡ ਜਾਂ ਬਾਈ ਕਿਸ ਤਰ੍ਹਾਂ ਲੈ ਕੇ ਜਾਣਗੇ, ਉਹ ਬਾਰਡਰ ਦੇ ਉੱਪਰ ਲੈ ਕੇ ਜਾਣ, ਦੂਸਰੇ ਕੰਟਰੀ ਦੇ ਉੱਪਰ ਉਹ ਲੈ ਕੇ ਜਾਣ, ਕਿਸ ਤਰ੍ਹਾਂ ਲੈ ਕੇ ਜਾਣਗੇ? ਸਾਨੂੰ ਵੀ, ਅਸੀਂ ਵੀ ਬੜੇ ਪਸ਼ੂ-ਪੇਸ਼ 'ਚ ਹਾਂ, ਬੱਚੋ ਵੀ ਐਸੇ ਪਰੇਸ਼ਾਨੀ 'ਚ ਨੇ। ਐਟਲੀਸਟ ਪਤਾ ਲੱਗੇ ਪੇਰੈਂਟਸ ਨੂੰ ਜਾਂ ਬੱਚਿਆਂ ਨੂੰ ਕਿ ਤੁਹਾਨੂੰ ਕਿਸ ਤਰ੍ਹਾਂ, ਕਿਸ ਵੇ ਨਾਲ ਇਵੈਕੂਏਟ ਕੀਤਾ ਜਾਊ। ਪੜ੍ਹਾਈ ਇਸ ਸਾਲ ਪੜ੍ਹਾਈ ਪੂਰੀ ਹੋ ਗਈ ਘਰੇ? ਨਹੀਂ ਸਰ, 1 ਸਾਲ ਰਹਿੰਦਾ, 6th ਈਅਰ ਉਹਦਾ ਰਹਿੰਦਾ ਹੈ ਜੂਨ ਤੋਂ ਬਾਅਦ। ਹੁਣ ਇਹਦਾ 5th ਈਅਰ ਚੱਲ ਰਿਹਾ, ਉਸ ਤੋਂ ਬਾਅਦ ਉਹਦਾ 1 ਸਾਲ ਹੋਰ ਹਾਲੇ ਹੈ। ਸਰ ਜੀ ਗੱਲ ਆਪ ਥੋੜੀ ਗੱਲ ਹੋ ਰਹੀ ਉਹਨਾਂ ਨਾਲ? ਹਾਂਜੀ ਹਾਂ, ਜਦੋਂ ਜਿਸ ਤਰ੍ਹਾਂ ਬੱਚਿਆਂ ਦੀ ਉਹ, ਕਿਉਂਕਿ ਬੰਕਰ ਦੇ ਵਿੱਚ ਉਹ ਨੀਚੇ ਮੈਟਰੋ ਦੇ ਵਿੱਚ ਬੈਠੇ, ਜਿਸ ਤਰ੍ਹਾਂ ਥੋੜੀ ਬਹੁਤ ਕੋਈ ਰੇਂਜ ਆਉਂਦੀ ਹੈ ਤਾਂ ਬੱਚਿਆਂ ਨਾਲ ਉਸ ਟਾਈਮ ਗੱਲ ਹੋ ਜਾਂਦੀ ਹੈ, ਆਡੀਓ ਕਾਲ ਬੱਚੇ ਕਰ ਲੈਂਦੇ ਆ। ਵਾਈਫਾਈ ਵਗੈਰਾ ਬੰਦ ਹੈ, ਰੀਚਾਰਜ ਵਗੈਰਾ ਉਹਨਾਂ ਨੇ ਉੱਥੋਂ ਲੋਕਲ ਕਰਾ ਕੇ ਥੋੜੀ ਬਹੁਤ ਗੱਲ ਸਾਡੇ ਨਾਲ ਉਹ ਮਤਲਬ ਆਡੀਓ ਕਾਲ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੀ ਜਿਹੜੇ ਤੇਰੇ ਦੋਨੋਂ ਦੂਸਰਾ ਬੱਚਾ ਉਹ ਵੀ ਨਾਲ ਹੀ ਹੈ? ਉਹ ਵੀ ਅਰਸ਼ਿਤ ਹੈ, ਉਹ ਵੀ ਨਾਲ, ਉਹਦੇ ਨਾਲ ਹੀ ਹੈ ਜੀ ਉੱਥੇ। क्या उन्होंने बताया? उसने यही बताया कि कल तक तो वो जैसे अपने रूम में थी, तो आज उनको, कल उनको शिफ्ट कर दिया, जैसे बंकर में आप चले जाओ, मेट्रो के जो बंकर बने हुए हैं उसमें है। तो रात भी उसका फ़ोन आया था, जैसे वीडियो कॉल तो होती नहीं है अब तो जैसे ऑडियो से ही बात हो रही है। तो वो बोल रहा था जैसे मम्मा हम सेफ हैं, मेरे को तो तसल्ली देता है, मम्मा रोना नहीं है, हम बिल्कुल ठीक हैं, हम जल्दी घर आ जाएंगे। आप गवर्नमेंट से आप प्रेशर सारे आप पे करो और सब सारे बोलो कि हमें जल्दी से जल्दी यहाँ से निकालो। कोई ऐसी बात लगी उसकी या वो चिंता में हो जा रहा? कोई बच्चे स्ट्रेस में तो है, बच्चे हमें हौसला देते हैं, हम बच्चों को हौसला देते हैं, कोई बात नहीं बेटा, टाइम में निकल जाएगा। वो हमें बोलते हैं मम्मा कोई बात नहीं, आप स्ट्रेस मत लो, हम सेफ हैं, हम सभी इकट्ठे हैं, बस ऐसे बोलते हैं। खाने को जैसे मैंने रात पूछा आपने क्या खाया, वो बोला मेरे पास बिस्किट है, मेरे पास पानी है, फ्रूट है, बस ऐसा। नीचे जैसे बच्चे बंकर में नीचे बैठे, इतनी सर्दी है वहाँ पे, आपको पता वहाँ पे माइनस में ही टेम्परेचर होता है, तो उनके पास बैठने के लिए नीचे फर्श पे बैठे हैं वो बच्चे, और वहाँ पे हजारों की तादाद भी है। वो बोल रहे थे अगर मम्मा यहाँ पे अफरा तफरी भी मच सकती है, कोई ब्लास्ट होता है, कुछ होता है, तो अफरा तफरी भी नुकसान हो सकता है, हम क्या करें? अब बच्चे भी स्ट्रेस में, हम भी स्ट्रेस में। मैं तो यही कह रही हूँ कि जल्दी से जल्दी इसका कुछ सॉल्व किया जाए। होगा आपके बच्चे ने कि कितने स्टूडेंट हैं वहाँ पे, जो बंकर है वहाँ पे कितने लोग हैं? बंकर में जैसे रात उसने 1000 के करीब जैसे बंकर में बैठे थे लोग सारे, मतलब बैठने की भी स्पेस नहीं थी, मतलब कोई खड़ा है, कोई बैठा है, कोई मेट्रो खड़ी है, मेट्रो बंकर बने हुए हैं उसमें खड़े हैं, मतलब कोई अच्छी सिचुएशन नहीं थी वहाँ पे। वीडियो कॉल कब लास्ट टाइम कब बात हुई? लास्ट वीडियो कॉल तो परसों ही हुई है, 2 दिन हो गए, कल से तो वाईफाई वगैरह नहीं चल रही, तो वीडियो कॉल नहीं हो रही उससे। तो जैसे पता चल रहा है वहाँ पे हमला बढ़ चुका है, तो मतलब कि उस एरिया में भी ऐसा माहौल बना हुआ है? हाँ जी, उस एरिया में भी है, जैसे इनको बोला भी सारे आप बंकर में जाओ, अपने जो जहाँ पे रह रहे थे वहाँ पे छोड़ के चले जाओ, सब कुछ बंद कर दिया, मेट्रो बंद है, टैक्सी बंद है, सब कुछ बंद है वहाँ पे। तो आपने बात की इंडियन एम्बेसी या इंडियन गवर्नमेंट से? सर हमने जो उन्होंने हेल्पलाइन नंबर दिए, हमने उन पे ही हम कॉल करते हैं, वो बोलते हैं आप अपना नंबर छोड़ दो, अपने बच्चे का नंबर दे दो, जो भी हमसे जब भी होगा तो हम आपसे मतलब कांटेक्ट करेंगे। अभी तक तो ना कोई एम्बेसी से हमारे साथ कांटेक्ट हुआ, ना बच्चों के साथ हुआ है।
दूसरे बच्चे कैसे उनके साथ में? वो भी सेम है सर, जैसे हमारे बच्चे हैं वो भी सेम सबके पेरेंट्स ऐसे ही टेंशन में है, बच्चे भी टेंशन में हैं। जो जहाँ रहते थे वो उनके पास ही है कि दूर रहते थे वहाँ से? नहीं, दूर रहते थे, जैसे एरिया है जैसे वहाँ पे जो भी बच्चे पीजी वगैरह में रह रहे हैं तो वो सारे इकट्ठे, कोई बंकर में है, कोई बेसमेंट्स में है, ऐसे सारे बच्चे रह रहे हैं। कोई लड़ाई की उन्होंने बात बताई कि यहाँ आसपास लड़ाई हो रही है, ऐसा माहौल है? हाँ जी, वो है, जैसे वो बोल रहे हैं मिलिट्री वो टैंक्स निकल रहे हैं, सायरन हमें अलर्ट करते हैं, सायरन जब बजता है, ब्लास्ट वगैरह हो रहे हैं। तो परसों वो बता रहा था, कहते हमने रात जो अपनी काटी है ना वो खिड़की दरवाजों से दूर होके सेंटर में लेट के रात काटी है। अभी कहीं कोई ब्लास्ट होता है तो हमारे ऊपर मतलब कि दरवाजे खिड़कियाँ ही ना ऊपर गिर जाए। अभी आप क्या कहना चाहते हैं? तो मैं तो यही कहना चाहती हूँ, जैसे मेरा बच्चा वहाँ पे फंसा, मैं इतनी टेंस हूँ, जितने 18,000 बच्चे हैं उनके माँ बाप का क्या हाल होगा मैं फील कर सकती हूँ। मैं चाहती हूँ जल्दी से जल्दी सारे बच्चों को इवैक्यूएट किया जाए और बाय रोड करो या बाय एयर करो, जल्दी से जल्दी वहाँ से निकाला जाए। उनकी हेल्प के लिए वहाँ से इंडियन एम्बेसी की कोई नहीं? नहीं सर, कोई हेल्प नहीं, अभी तक तो कोई हेल्प नहीं मिली उनको। की नाम थोड़ा? ਮੇਰਾ ਨਾਮ ਅਸ਼ੋਕ ਕੁਮਾਰ ਹੈ ਜੀ। ਮੇਰੇ ਬੇਟੇ ਦਾ ਨਾਮ ਹਰਸ਼ੀਤ ਬੰਸਲ ਹੈ ਜੋ ਕਿ ਯੂਕਰੇਨ ਦੇ ਵਿੱਚ MBBS ਦੀ ਸਟੱਡੀ ਕਰ ਰਿਹਾ ਹੈਗਾ ਤੇ ਉਹ ਇਸ ਟਾਈਮ ਖਾਰਕਿਵ ਦੇ ਵਿੱਚ ਹੈ ਤੇ BN ਕਾਲਜ ਦੇ ਵਿੱਚ ਉਹਦਾ 4th ਮਤਲਬ ਸਟੱਡੀ ਕਰ ਰਿਹਾ ਹੈਗਾ। ਉਹਦਾ ਜਿਹੜਾ 4th ਈਅਰ ਚੱਲ ਰਿਹਾ ਹੈਗਾ ਤੇ ਉਹ ਹੈ ਮਤਲਬ ਕਿ ਇਸ ਰਸ਼ੀਆ ਤੇ ਯੂਕਰੇਨ ਦੀ ਜੰਗਬੰਦੀ ਦੇ ਵਿੱਚ ਫਸ ਚੁੱਕਿਆ ਹੈਗਾ ਤੇ ਉਹ ਇਸ ਟਾਈਮ ਉਸ ਤੇ ਪੂਰਾ ਹੀ ਜਾਨੀ ਕਿ ਔਖਾ ਹੈਗਾ ਜੀ। ਕੀ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਜੀ, ਦਿਨ ਬ ਦਿਨ ਜੋ ਵੱਧ ਤੋਂ ਵੱਧ ਜ਼ਿਆਦਾ ਹਾਲਾਤ ਖਰਾਬ ਹੋ ਰਹੇ ਆ ਜੀ। ਬੰਕਰ ਦੇ ਵਿੱਚ ਨੇ ਜਾਂ ਫਲੈਟ ਦੇ ਵਿੱਚ? ਹਾਂ, ਉਹ ਕਦੇ ਜਾਨੀ ਕਿ ਜੇ ਜ਼ਿਆਦਾ ਜਾਨੀ ਕਿ ਬੰਬਾਰੀ ਵਗੈਰਾ ਹੋਣ ਲੱਗ ਜਾਂਦੀ ਆ ਫਿਰ ਤਾਂ ਉਹ ਬੰਕਰ ਦੇ ਵਿੱਚ ਚਲੇ ਜਾਂਦੇ, ਕਿਉਂਕਿ ਬੰਕਰ ਦੇ ਵਿੱਚ ਵੀ ਇੰਨੀ ਜਗ੍ਹਾ ਨਹੀਂ ਹੈਗੀ ਵੀ ਇਹ ਮਤਲਬ ਕਿ ਉੱਥੇ 5-4 ਹਜ਼ਾਰ ਮਤਲਬ ਕਿ 500 ਬੱਚਾ ਬੈਠ ਸਕੇ ਜਾਂ ਉੱਥੇ ਕੋਈ ਖੜ ਸਕੇ, ਕਿਉਂਕਿ ਇੱਕ ਉੱਥੇ ਠੰਡ ਹੋਣ ਕਰਕੇ, ਸਨੋਫਾਲ ਹੋਣ ਕਰਕੇ ਉੱਥੇ ਜਿਹੜੀ ਇਸ ਟਾਈਮ ਸਨੋਫਾਲ ਹੋ ਰਹੀ ਹੈ ਤੇ ਨਾਲ ਉਹਦਾ ਜਿਹੜਾ ਟੈਂਪਰੇਚਰ ਹੈ -4 ਦੇ ਚ ਚਲਿਆ ਗਿਆ ਹੈਗਾ, ਤਾਂ ਕਿ ਉਹ ਵਰਕਰਾਂ ਦੇ ਮਤਲਬ ਕਿ ਬੰਕਰਾਂ ਦੇ ਵਿੱਚ ਬੈਠਣਾ ਤੇ ਖੜਨਾ ਉਹਨਾਂ ਨੂੰ ਜਾਂ ਪੈਣਾ ਉਹਨਾਂ ਨੂੰ ਬਹੁਤ ਵੀ ਮੁਸ਼ਕਿਲ ਹੈਗਾ। ਇਸ ਲਈ ਉਹ ਕਦੇ ਫਲੈਟ ਦੇ ਵਿੱਚ ਆ ਜਾਂਦੇ, ਕਦੇ ਬੰਕਰ ਦੇ ਵਿੱਚ ਚਲੇ ਜਾਂਦੇ ਹੈਗੇ। ਖਾਣ ਪੀਣ ਦੇ ਜਿਹੜੇ ਸਮਾਨ ਹੈ ਉਹ ਕਿਸ ਤਰ੍ਹਾਂ ਮਿਲ ਰਿਹਾ ਜੀ? ਸੌਖਾ ਮਿਲ ਰਿਹਾ, ਮਹਿੰਗਾ ਮਿਲ ਰਿਹਾ? ਖਾਣ ਪੀਣ ਦਾ ਸਮਾਨ ਹੈ ਜਿਹੜੀਆਂ ਬਹੁਤ ਵੱਡੀਆਂ ਮਤਲਬ ਕਿ ਬੇਟੇ ਨਾਲ ਗੱਲ ਹੋਈ ਸੀ, ਉਹ ਕਹਿੰਦੇ ਬਹੁਤ ਵੱਡੀਆਂ ਲਾਈਨਾਂ ਲੱਗ ਚੁੱਕੀਆਂ ਹੈਗੀਆਂ ਵੀ ਬਹੁਤ ਮਤਲਬ ਕਿ ਜਿਹੜਾ ਹੈ ਤੇ ਇੱਕ ਜਿਹੜੇ ਉੱਥੋਂ ਦੇ ਰੇਟ ਹੈਗੇ, ਜੇ ਪਹਿਲਾਂ ਕੋਈ ਚੀਜ਼ 10 ਰੁਪਏ ਦੇ ਵਿੱਚ ਮਿਲਦੀ ਸੀ ਤਾਂ ਹੁਣ ਉਹ 500 ਰੁਪਏ ਦੇ ਵਿੱਚ ਮਿਲਦੇ, ਵੀ ਇੰਨੇ ਰੇਟ ਵੱਧ ਚੁੱਕੇ ਹੈਗੇ। ਪਰ ਸਾਡੇ ਬੱਚਿਆਂ ਨੇ ਥੋੜਾ ਬਹੁਤ ਰਾਸ਼ਨ ਹੈ ਜਿਹੜਾ ਇਕੱਠਾ ਕਰਕੇ ਰੱਖ ਰੱਖਿਆ ਸੀਗਾ ਤੇ ਉਸ ਨਾਲ ਹੀ ਉਹ ਗੁਜ਼ਾਰਾ ਕਰ ਰਹੇ ਨੇ। ਉਹਨਾਂ ਦੀ ਹੈਲਪ ਕੌਣ ਕਰ ਰਿਹਾ? ਐਮਬੈਸੀ ਕਰ ਰਹੀ ਹੈ, ਏਜੰਟ ਕਰ ਰਹੇ ਨੇ? ਉਹਨਾਂ ਦੀ ਕੋਈ ਵੀ ਬਲਕਿ ਹੈਲਪ ਨਹੀਂ ਕਰ ਰਿਹਾ ਹੈਗਾ, ਨਾ ਕੋਈ ਐਮਬੈਸੀ ਨਾ ਤਾਂ ਕੋਈ ਉਹਨਾਂ ਕੋਲ ਮੈਸੇਜ ਆ ਰਿਹਾ ਐਮਬੈਸੀ ਨਾਲ ਜੇ ਗੱਲ ਵੀ ਕਰਦੇ ਤਾਂ ਉਹਨਾਂ ਦਾ ਜਿਹੜਾ ਨੰਬਰ ਹੈ ਬਹੁਤ ਜ਼ਿਆਦਾ ਬਿਜ਼ੀ ਆਉਂਦਾ ਹੈਗਾ। ਤੇ ਜੇ ਕੋਈ ਹੈਲਪ ਕਰ ਰਹੀ ਵੀ ਹੈ ਤੇ ਤਾਂ ਉੱਥੇ ਜਾਨੀ ਕਿ ਜੋ ਜਿਨ੍ਹਾਂ ਦੇ ਥਰੂ ਅਸੀਂ ਬੱਚੇ ਭੇਜੇ ਸੀਗੇ ਏਜੰਟਾਂ ਦੇ ਥਰੂ, ਏਜੰਟ ਹੈਗਾ ਆਪਣਾ ਉਹਦਾ ਨਾਮ ਕੀ ਨਾਮ ਸੀ, ਕਰਨ ਸੰਧੂ ਦੇ ਥਰੂ ਭੇਜੇ ਸੀ। ਉਹਨਾਂ ਦਾ ਇੱਕ ਅਸਿਸਟੈਂਟ ਹੈਗਾ, ਉਹ ਜ਼ਿਆਦਾ ਮਦਦ ਕਰ ਰਿਹਾ ਹੈਗਾ। ਕੀ ਤੁਸੀਂ ਚਾਹੁੰਦੇ ਹੋ ਸਰਕਾਰ ਨੂੰ? ਕੀ ਅਪੀਲ ਕਰਦੇ? ਸਰਕਾਰ ਨੂੰ ਅਸੀਂ ਮਤਲਬ ਕਿ ਆਪਣੇ ਮਤਲਬ ਬਹੁਤ ਮਤਲਬ ਕਿ ਅਸੀਂ ਮਤਲਬ ਕਿ ਸਾਡੇ ਬੱਚੇ ਤਾਂ ਦੁਖੀ ਹੈਗੇ, ਅਸੀਂ ਵੀ ਬਹੁਤ ਜ਼ਿਆਦਾ ਉਹਨਾਂ ਨਾਲ ਵੀ ਉਹ ਹੈਗੇ ਮਾਯੂਸ ਹੈਗੇ ਤੇ ਦੁਖੀ ਹੈਗੇ ਤੇ ਸਰਕਾਰ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹੀ ਬਾਰ-ਬਾਰ ਬੇਨਤੀ ਕਰਦੇ ਹਾਂ ਕਿ ਸਾਡੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਕੱਢਿਆ ਜਾਵੇ, ਕਿਉਂਕਿ ਜੋ ਪ੍ਰਧਾਨ ਮੰਤਰੀ ਜੀ ਮਤਲਬ ਕਿ ਉਹ ਆਪਣਾ ਮੀਡੀਆ ਦੇ ਉੱਤੇ ਉਹ ਦੇ ਰਹੇ ਹੈਗੇ, ਉਹ ਸਿਰਫ ਜਿਹੜਾ ਹੈਗਾ ਉਹ ਮਤਲਬ ਕਿ ਹੈਲਪ ਤਾਂ ਹੋ ਰਹੀ ਹੈ ਜਿਹੜੀ ਪਰ ਇਕੱਲੀ ਬਾਰਡਰਸ ਤੇ ਹੋ ਰਹੀ ਹੈ, ਕਿਉਂਕਿ ਜਿਹੜੇ ਸਾਡੇ ਬੱਚੇ ਬੈਠੇ ਇਹ ਬਾਰਡਰਸ ਤੋਂ ਬਹੁਤ ਦੂਰ ਨੇ ਹੈਗੇ। ਜਿਵੇਂ ਕਿ ਬਾਰਡਰਸ ਜਿਹੜਾ ਇਹ ਸਾਡੇ ਬੱਚੇ ਖਾਰਕਿਵ ਬੈਠੇ, ਜਿਹੜਾ ਖਾਰਕਿਵ ਹੈ ਜਿੱਥੇ ਜੰਗ ਚੱਲ ਰਹੀ ਹੈ ਉੱਥੋਂ ਸਿਰਫ 25 ਕਿਲੋਮੀਟਰ ਦੂਰ ਹੈ, ਵੀ ਮਤਲਬ ਕਿ ਬਾਰਡਰ ਦੇ ਬਿਲਕੁਲ ਜਮਾ ਨਾਲ ਆ ਗਿਆ ਹੈਗਾ। ਮਤਲਬ ਕਿ ਯੂਕਰੇਨ ਦਾ ਬਾਰਡਰ ਤੇ ਰਸ਼ੀਆ ਦਾ ਬਾਰਡਰ ਬਹੁਤ ਹੀ ਨਜ਼ਦੀਕ ਆ ਜਾਂਦਾ ਹੈ, ਇਸ ਲਈ ਉੱਥੇ ਕੋਈ ਵੀ ਹੈਲਪ ਨਹੀਂ ਪਹੁੰਚ ਰਹੀ ਤੇ ਜਿੱਥੇ ਹੈਲਪ ਦੇ ਰਹੇ ਆ ਉਹ ਇੱਥੋਂ ਮਤਲਬ ਕਿ ਉਸ ਖਾਰਕਿਵ ਤੋਂ 900 ਕਿਲੋਮੀਟਰ ਹੈਗਾ। ਇਸ ਲਈ ਅਸੀਂ ਮਤਲਬ ਕਿ ਪ੍ਰਧਾਨ ਮੰਤਰੀ ਜੀ ਨੂੰ ਮਤਲਬ ਕਿ ਬਾਰ-ਬਾਰ ਉਹੀ ਕਰ ਰਹੇ ਹੈਗੇ, ਬੇਨਤੀ ਕਰ ਰਹੇ ਹਾਂ ਵੀ ਸਾਡੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਕਿਸੇ ਵੀ ਤਰ੍ਹਾਂ ਮਤਲਬ ਕਿ ਕੱਢਿਆ ਜਾਵੇ। ਜਿਸ ਤਰ੍ਹਾਂ ਮਤਲਬ ਕਿ ਪ੍ਰਧਾਨ ਮੰਤਰੀ ਜੀ ਮਤਲਬ ਕਿ ਬਿਆਨ ਆਇਆ ਸੀਗਾ ਵੀ ਅਸੀਂ ਬੱਸਾਂ ਰਾਹੀਂ ਰੋਡ ਤੇ ਬੱਸਾਂ ਰਾਹੀਂ ਕੱਢਾਂਗੇ, ਤਾਂ ਇਹਨਾਂ ਦਾ ਜਲਦੀ ਤੋਂ ਜਲਦੀ ਇੰਤਜ਼ਾਮ ਕੀਤਾ ਜਾਵੇ
ਤੇ ਅਸੀਂ ਬਾਰ-ਬਾਰ ਤੇ ਵੀ ਇਹੀ ਬੇਨਤੀ ਕਰਦੇ ਹਾਂ। ਉੱਥੇ ਦੱਸਿਆ ਬੱਚੇ ਨੇ ਤੁਹਾਡੇ ਨੇ ਕਿ ਕਿਸ ਤਰ੍ਹਾਂ ਦੇ ਮਾਹੌਲ ਹੈ ਉੱਥੇ ਵੀ ਕੋਈ ਬੰਬਾਰੀ ਹੋ ਇਸ ਤਰ੍ਹਾਂ? ਬੱਚੇ ਨਾਲ ਮੇਰੀ ਗੱਲ ਹੋਈ ਸੀਗੀ, ਪਰ ਬੱਚੇ ਕਹਿ ਦੱਸ ਰਿਹਾ ਵੀ ਮਤਲਬ ਕਿ ਜਿਹੜੀ ਬੰਬਾਰੀ ਹੈ ਰੈਗੂਲਰ ਚੱਲ ਰਹੀ ਹੈ ਮਤਲਬ ਕਿ ਕੁਛ ਤਾਂ ਬਾਰਡਰ ਨੇੜੇ ਹੋਣ ਕਰਕੇ ਬਾਰਡਰ ਦੇ ਉੱਤੋਂ ਵੀ ਬੰਬ ਜ਼ਿਆਦਾ ਡਿੱਗ ਰਹੇ ਹੈ, ਕੁਛ ਉੱਪਰ ਹੈਲੀਕਾਪਟਰ ਵਗੈਰਾ ਤੁਰੇ ਫਿਰ ਉਹ ਹੈਗੇ ਉਹਦੇ ਨਾਲ ਵੀ ਹੋ ਰਹੀ ਹੈ। ਮਤਲਬ ਕਿ ਕੁੱਲ ਮਿਲਾ ਕੇ ਜੇ ਆਪਾਂ ਕਿਹਾ ਜਾਵੇ ਤਾਂ ਹਾਲਾਤ ਆ ਜਿਹੜੇ ਬਹੁਤ ਹੀ ਮਾੜੇ ਨੇ। ਇਹ ਤੁਹਾਡੀ WhatsApp ਤੇ ਵੀਡੀਓ ਕਾਲ ਹੋਈ ਉਹਦੇ 'ਚ ਲਾਈਟ ਬਹੁਤ ਘੱਟ ਸੀ, ਉਹਦੇ ਬਾਰੇ ਦੱਸ ਰਹੇ ਸੀ ਤੁਸੀਂ? ਹਾਂ, ਉਸ ਬਾਰੇ ਕੀ ਹੈ, ਉੱਥੇ ਕੀ ਹੈ ਜੀ ਮਿਲ ਕੇ ਉਹਨਾਂ ਨੂੰ ਨਾ ਮਿਲ ਕੇ ਜੋ ਜਿੱਥੇ ਵੀ ਰਹਿੰਦੇ ਹੈਗੇ ਉੱਥੇ ਉਹਨਾਂ ਨੂੰ ਲਾਈਟਸ ਦੀ ਉਹ ਨਹੀਂ ਹੈਗੀ ਵੀ ਲਾਈਟਸ ਰੱਖਣ ਦੀ ਵੀ, ਤਾਂ ਕਿ ਲਾਈਟਸ ਤਾਂ ਘੱਟ ਬਹੁਤ ਜ਼ਿਆਦਾ ਡਿਮ ਲਾਈਟ ਰੱਖਣੀ ਪੈਂਦੀ, ਜਿਵੇਂ ਮੋਬਾਈਲ ਦੀ ਲਾਈਟਸ ਹੋ ਗਈ ਜਾਂ ਮੋਮਬੱਤੀ ਵਗੈਰਾ ਦੀ ਹੋ ਗਈ, ਤਾਂ ਕਿ ਜੇ ਉੱਪਰਲੇ ਪਾਸੇ ਕੋਈ ਇੱਕ ਹੋ ਰਹੀ ਹੈ ਬੰਬਾਰੀ ਹੋ ਰਹੀ ਹੈ ਤਾਂ ਉਹਨੂੰ ਲਾਈਟਸ ਨੂੰ ਦੇਖ ਕੇ ਉਹ ਨਾ ਹੋ ਜਾਣ। ਹੋਰ ਵੀ ਸਟੂਡੈਂਟ ਕਿੰਨੇ ਕੀ ਦੱਸ ਰਹੇ ਬੇਟਾ ਕਿ ਕਿੰਨੇ ਕੁ ਸਟੂਡੈਂਟ? ਮੇਰੇ ਬੇਟੇ ਦੇ ਨਾਲ ਜਾਣੀ ਕਿ ਉੱਥੇ ਨੇੜੇ ਤੇੜੇ ਦੇ ਫਲੈਟਾਂ ਦੇ ਵਿੱਚ ਬੱਚੇ ਜਿਹੜੇ ਰਹਿੰਦੇ ਸੀ ਉਹ ਮੇਰੇ ਬੇਟੇ ਵਾਲੇ ਫਲੈਟ ਦੇ ਵਿੱਚ ਆ ਗਏ। ਉਹਦੇ ਨਾਲ ਕੋਈ ਇਸ ਟਾਈਮ 12 ਤੋਂ ਲੈ ਕੇ 15 ਬੱਚੇ ਇਕੱਠੇ ਰਹਿ ਰਹੇ ਹੈ ਵੀ ਹੈਗੇ ਜਿਹੜੇ ਇੱਕ ਬਲਕਿ ਇੱਕ ਦੂਜੇ ਦੀ ਹੈਲਪ ਕਰ ਰਹੇ ਆ, ਇੱਕ ਦੂਜੇ ਨਾਲ ਉਹ ਕਰ ਰਹੇ ਹੈਗੇ। ਇੱਥੇ ਪਰਿਵਾਰ ਆਪਣਾ ਕਿੰਨੀ ਮਤਲਬ ਤਣਾਅ ਦੇ ਵਿੱਚ ਹੈਗੇ ਘਰ ਦੇ ਵਿੱਚ? ਤਣਾਅ ਤਾਂ ਸਮਝ ਲਓ ਵੀ ਜਿਹਦਾ ਬੱਚਾ ਮੌਤ ਦੇ ਮੂੰਹ ਦੇ ਵਿੱਚ ਹੋਵੇ ਉਹਨੂੰ ਤਣਾਅ ਕਿਉਂ ਨਹੀਂ ਹੋਊਗਾ? ਉਹ ਤਾਂ ਤੁਸੀਂ ਕਹੇ ਤੋਂ ਤਣਾਅ ਨਹੀਂ ਕਿਹਾ ਜਾ ਸਾਨੂੰ ਦੱਸ ਸਕਦੇ। ਉਹ ਤਾਂ ਸਾਨੂੰ ਜਿਹੜੇ ਮਾਪੇ ਅਸੀਂ ਮਹਿਸੂਸ ਕਰ ਰਹੇ, ਸਾਨੂੰ ਪਤਾ ਵੀ ਅਸੀਂ ਕਿਸ ਸਥਿਤੀ ਦੇ ਵਿੱਚੋਂ ਗੁਜ਼ਰ ਰਹੇ ਹੈਗੇ। ਜਿਸ ਤਰ੍ਹਾਂ ਮੇਰੇ ਮਤਲਬ ਕਿ ਮੈਡਮ ਦਾ ਮਤਲਬ ਕਿ ਉਹਦੀ ਮੰਮੀ ਦਾ ਹਾਲ ਹੈ, ਉਹ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਵੀ ਉਹ ਰੋ ਰੋ ਕੇ ਸਮਝ ਲਓ ਵੀ ਸਮਾਂ ਲੰਘਾ ਰਹੀ ਹੈ। ਟਿਕਟ ਕਨਫਰਮ ਕਰਨ ਲਈ ਜਦੋਂ ਪਹਿਲਾਂ ਫਲਾਈਟਾਂ ਖੁੱਲੀਆਂ ਸੀ ਤੁਸੀਂ ਕੋਸ਼ਿਸ਼ ਕੀਤੀ ਸੀ ਆਪਣੀ? ਮੈਂ ਟਿਕਟ ਮਤਲਬ ਕਿ ਕਨਫਰਮ ਦੀ ਕੋਸ਼ਿਸ਼ ਕੀਤੀ ਸੀ, ਕਿਉਂਕਿ ਪਹਿਲਾਂ ਤਾਂ ਫਲਾਈਟਾਂ ਖਾਲੀ ਨਹੀਂ ਸੀ ਮਿਲ ਰਹੀਆਂ। ਮੇਰੇ ਬੇਟੇ ਦੀ 25 ਤਰੀਕ ਦੀ ਜਾਣੀ ਕਿ ਫਲਾਈਟ ਸੀਗੀ, ਮੈਂ ਉਹਨੂੰ 60,000 ਰੁਪਏ ਦੀ ਟਿਕਟ ਲੈ ਕੇ ਦਿੱਤੀ ਹੈਗੀ। ਉਹ ਜਾਣੀ ਕਿ ਅੱਜ ਸਵੇਰ ਉਹਦੇ 7 ਵਜੇ ਫਲਾਈਟ ਤੇ ਚੜ੍ਹਨਾ ਸੀਗਾ ਤੇ ਜਿਹਦੀ ਟੇਕ ਆਫ ਸੀਗਾ ਦਿੱਲੀ 8 ਵਜੇ ਦਾ, ਪਰ ਉਹ ਜਾਣੀ ਕਿ ਉਹ ਉੱਥੋਂ ਕੀਵ ਦੇ 에ਅਰਪੋਰਟ ਹੋਣ ਕ੍ਰੈਸ਼ ਹੋਣ ਕਰਕੇ ਚੜ੍ਹ ਨਹੀਂ ਸਕਿਆ ਤੇ 에ਅਰਪੋਰਟ ਮਤਲਬ ਕਿ ਜਿਹੜੇ ਜਹਾਂ ਉਹਨਾਂ ਨੇ ਉਹ ਸੀਗੇ ਉਹਨਾਂ ਨੇ ਕੈਂਸਲ ਕਰਤੀਆਂ ਫਲਾਈਟਾਂ। ਇਸ ਪੂਰੇ ਮਾਮਲੇ ਤੇ ਯੂਕਰੇਨ ਤੋਂ ਪਰਤੇ ਮੈਡੀਕਲ ਦੇ ਵਿਦਿਆਰਥੀ ਨੀਰਜ ਗਰਗ ਨੇ ਦੱਸਿਆ ਕਿ ਯੂਕਰੇਨ 'ਚ ਹਾਲਾਤ ਵਿਗੜਨ ਤੋਂ ਪਹਿਲਾਂ ਹੀ ਉਸਦੇ ਪਿਤਾ ਨੇ ਉਸ ਨੂੰ ਫੋਨ ਕਰਕੇ ਭਾਰਤ ਵਾਪਸ ਬੁਲਾਇਆ ਸੀ ਅਤੇ ਉਸਦੇ ਆਉਣ ਤੋਂ 2-3 ਦਿਨ ਬਾਅਦ ਹੀ ਉਸਦੇ ਘਰ ਆਈ। ਯੂਕਰੇਨ ਅਤੇ ਰੂਸ ਵਿਚਕਾਰ ਵਿਵਾਦ ਜੰਗ ਸ਼ੁਰੂ ਹੋ ਗਈ। ਉਹਨਾਂ ਨੇ ਕਿਹਾ ਕਿ ਯੂਕਰੇਨ ਦੇ ਵਿੱਚ ਹਾਲਾਤ ਬਹੁਤ ਖਰਾਬ ਹੋ ਗਏ ਨੇ ਅਤੇ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਯੂਕਰੇਨ ਦੇ ਵਿੱਚ ਫਸੇ ਹੋਏ ਨੇ। ਕੀ ਨਾਮ ਤੁਹਾਡਾ? ਮੇਰਾ ਨਾਮ ਜੀਰਤ ਗਰਗ ਹੈ। ਮੈਂ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ 'ਚ ਪੜ੍ਹਦਾ ਹਾਂ। ਮੇਰਾ ਉੱਥੇ ਲਾਸਟ ਈਅਰ ਹੈ, ਮੈਨੂੰ 6 ਸਾਲ ਹੋ ਗਏ ਯੂਕਰੇਨ 'ਚ। ਤੁਸੀਂ ਉੱਥੇ ਕਿੰਨੇ ਚਿਰ ਤੋਂ ਰਹਿ ਰਹੇ ਸੀ ਤੇ ਉੱਥੇ ਜਦੋਂ ਤੁਸੀਂ ਆਏ ਉਸ ਤਰ੍ਹਾਂ ਕਿਸ ਤਰ੍ਹਾਂ ਮਾਹੌਲ 'ਚ ਉੱਥੇ? ਮੈਂ ਉੱਥੇ 6 ਸਾਲ ਤੋਂ ਰਹਿ ਰਿਹਾ। ਜਦੋਂ ਮੈਂ ਇੱਥੇ ਆਇਆ ਸੀਗਾ ਉਦੋਂ ਸਿਰਫ ਜਮਾ ਬਿਲਕੁਲ ਨਾਰਮਲ ਮਾਹੌਲ ਸੀ, ਉੱਥੇ ਕੋਈ ਐਸੀ ਪੈਨਿਕ ਸਿਚੁਏਸ਼ਨ ਨਹੀਂ ਸੀਗੀ ਉੱਥੇ। ਕਿੰਨੇ ਜਣੇ ਤੁਸੀਂ ਆਏ ਸੀ? ਅਸੀਂ 2 ਜਣੇ ਆਏ ਸੀ ਤਪਾ ਤੋਂ ਤੇ ਮੇਰੇ ਨਾਲ ਵੀ ਹੋਰ ਮੇਰੇ ਫਰੈਂਡਸ ਹੈਗੇ ਸੀਗੇ, ਅਸੀਂ 5 ਜਣੇ ਸੀ ਟੋਟਲ। ਜਦੋਂ ਤੁਸੀਂ ਇੱਥੇ ਆਏ ਉਦੋਂ ਬਾਅਦ ਕਿੰਨੇ ਦਿਨਾਂ ਬਾਅਦ ਉੱਥੇ ਮਾਹੌਲ ਖਰਾਬ ਹੋ ਗਿਆ ਸੀ? ਜਦੋਂ ਅਸੀਂ ਆਏ ਇੱਥੇ ਉਦੋਂ ਬਾਅਦ ਬਸ ਲਾਸਟ 2-3 ਦਿਨਾਂ ਤੋਂ ਮਾਹੌਲ ਜ਼ਿਆਦਾ ਖਰਾਬ ਹੋ ਗਿਆ ਉੱਥੇ। ਕੰਟੀਨਿਊਸਲੀ ਸ਼ੈਲਿੰਗ ਹੋ ਰਹੀ ਹੈ। ਹੁਣ ਤਾਂ ਸਿਟੀ ਦੇ ਵਿੱਚ ਵੀ ਸ਼ੈਲਿੰਗ ਹੋ ਰਹੀ ਹੈ, ਪਹਿਲਾਂ ਸਿਟੀ ਦੇ ਵਿੱਚ ਨਹੀਂ ਸੀ, ਪਹਿਲਾਂ ਬਾਰਡਰ ਏਰੀਆ 'ਚ ਹੀ ਸੀਗੀ। ਹੁਣ ਖਾਰਕਿਵ ਸਿਟੀ 'ਚ ਵੀ ਬਹੁਤ ਜ਼ਿਆਦਾ ਸ਼ੈਲਿੰਗ ਹੋ ਰਹੀ ਹੈ, ਤਾਂ ਬੱਚੇ ਬਹੁਤ ਜ਼ਿਆਦਾ ਪੈਨਿਕ ਹੈ ਉੱਥੇ। ਤਾਂ ਸਾਰੇ ਬੱਚੇ ਸ਼ੈਲਟਰਸ 'ਚ ਹੈਗੇ ਹੁਣ ਇਸ ਟਾਈਮ। ਤੁਹਾਡੇ ਦੋਸਤ ਹੈ ਜੀ ਉੱਥੇ ਹੈਗੇ? ਮੇਰੇ ਸਾਰੇ ਦੋਸਤ ਉੱਥੇ ਹੀ ਹੈ ਮੋਸਟਲੀ। ਗੱਲ ਹੋ ਰਹੀ ਹੈ ਤੁਹਾਡੇ ਨਾਲ? ਹਾਂਜੀ, ਮੇਰੀ ਕੰਟੀਨਿਊਸਲੀ ਉਹਨਾਂ ਨਾਲ ਗੱਲ ਹੋ ਰਹੀ ਹੈ। ਉਹ ਉੱਥੋਂ ਦੇ ਹਾਲਾਤ ਦੱਸ ਰਹੇ ਆ, ਹਾਲਾਤ ਬਹੁਤ ਮਾੜੇ ਆ ਉੱਥੇ ਦੇ ਤੇ ਉਹਨਾਂ ਨੂੰ ਖਾਣ ਪੀਣ 'ਚ ਵੀ ਕੋਈ ਮਦਦ ਨਹੀਂ ਮਿਲ ਰਹੀ। ਜਿੰਨਾ ਏਜੰਟਸ ਕਰ ਪਾ ਰਹੇ ਆ ਉਹਨਾਂ ਕਰ ਰਹੇ ਆ, ਉਹ ਬਹੁਤ ਸਹਾਇਤਾ ਕਰ ਰਹੇ ਉਹਨਾਂ ਦੇ ਉੱਥੇ ਬੈਠੇ ਹੈਗੇ। ਬਟ ਇੰਡੀਅਨ ਐਮਬੈਸੀ ਤੋਂ ਕੋਈ ਸਹਾਇਤਾ ਨਹੀਂ ਮਿਲ ਰਹੀ ਐਸੀ। ਜਿਵੇਂ ਕਿ ਇੰਡੀਅਨ ਐਮਬੈਸੀ ਨੇ ਬਹੁਤ ਲੇਟ ਦੱਸਿਆ ਬੱਚਿਆਂ ਨੂੰ ਕਿ ਇਵੈਕੂਏਟ ਹੋ ਜਾਓ ਇੱਥੋਂ। ਲਾਈਕ US ਐਂਡ ਐਵਰੀ ਕੰਟਰੀਜ਼ ਐਮਬੈਸੀ ਨੇ ਪਹਿਲੇ ਹੀ ਕਹਿਤਾ ਸੀਗਾ ਵੀ ਤੁਸੀਂ ਨਿਕਲ ਜਾਓ ਆਪਣੇ ਸਿਟੀਜ਼ਨ ਨੂੰ। ਇਹ ਇੰਡੀਅਨ ਐਮਬੈਸੀ ਵੱਲੋਂ ਬਹੁਤ ਲੇਟ ਦੱਸਿਆ ਗਿਆ ਬੱਚਿਆਂ ਨੂੰ। ਉੱਥੇ ਮਤਲਬ ਕਿ ਉਹ ਕੀ ਚਾਹੁੰਦੇ ਨੇ ਸਾਰੇ ਸਟੂਡੈਂਟ ਚਾਹੁੰਦੇ ਆ ਕਿ ਸਾਨੂੰ ਜਲਦੀ ਤੋਂ ਜਲਦੀ ਗਵਰਨਮੈਂਟ ਆਫ ਇੰਡੀਆ ਇਵੈਕੂਏਟ ਕਰੇ ਇੱਥੋਂ। ਉੱਥੇ ਬਹੁਤ ਸਿਚੁਏਸ਼ਨ ਖਰਾਬ ਜ਼ਿਆਦਾ ਹੋ ਗਈ ਹੈ। ਹੁਣ ਬੱਚਿਆਂ ਨੂੰ ਐਟਲੀਸਟ ਪੀਣ ਦਾ ਪਾਣੀ ਵੀ ਨਹੀਂ ਮਿਲ ਰਿਹਾ। ਕਈ ਜਗ੍ਹਾ ਤਾਂ ਐਸੀ ਪ੍ਰੋਬਲਮ ਵੀ ਹੋ ਗਈ ਹੈ। ਜਿਵੇਂ ਹੁਣ ਕਹਿ ਰਹੇ ਨੇ ਕਈ ਬਾਈ ਰੋਡ ਕੱਢਣ ਦੀ ਗੱਲ ਕਰ ਰਹੀ, ਉਹ ਰੋਡ ਦੇ ਕੀ ਲੱਗਦਾ ਕਿ ਉਹ ਠੀਕ ਰਹੂਗਾ? ਬਾਈ ਰੋਡ ਦੇਖੋ, ਜਿਹੜੇ ਮੇਰੇ ਫਰੈਂਡਸ ਆ ਉਹ ਖਾਰਕਿਵ 'ਚ ਹੈਗੇ। ਖਾਰਕਿਵ ਤੋਂ ਉਹ ਕਹਿ ਰਹੇ ਪੋਲੈਂਡ ਥਰੂ ਕੱਢਣਾ ਹੈਗਾ। ਪੋਲੈਂਡ ਦਾ ਬਿਲਕੁਲ ਓਪੋਜ਼ਿਟ ਹੈ ਖਾਰਕਿਵ ਤੋਂ ਪੋਲੈਂਡ।
ਤਾਂ ਇਹ ਬਹੁਤ ਮੁਸ਼ਕਿਲ ਉੱਥੇ ਤੱਕ ਜਾਣਾ। ਐਸੀ ਹਰਦੀਪ ਸਰ ਨੇ ਵੀ ਸਾਨੂੰ ਇਹੀ ਕਿਹਾ ਹੈਗਾ ਕਿ ਬਹੁਤ ਔਖਾ ਹੈ, ਸਾਡੇ ਕੋਲ ਬੱਸਿਸ ਦਾ ਇੰਤਜ਼ਾਮ ਨਹੀਂ ਹੈਗਾ, ਕੋਈ ਟ੍ਰੇਨ ਨਹੀਂ ਚੱਲ ਰਹੀ ਉੱਥੇ, ਕੋਈ ਵੀ ਪਬਲਿਕ ਟਰਾਂਸਪੋਰਟ ਅਵੇਲੇਬਲ ਨਹੀਂ ਹੈਗਾ ਤਾਂ ਜੋ ਆਪਾਂ ਉੱਥੇ ਤੱਕ ਪਹੁੰਚ ਸਕੀਏ। ਜਿਸ ਤਰ੍ਹਾਂ ਉੱਥੇ ਮਾਹੌਲ ਹੈ, ਪਹਿਲਾਂ ਵੀ ਲੱਗਦਾ ਤੁਸੀਂ ਉੱਥੇ ਇੰਨੇ 5 ਸਾਲ ਤੋਂ ਰਹਿ ਰਹੇ ਸੀ ਕਿ ਇਸ ਤਰ੍ਹਾਂ ਕੋਈ ਹੋ ਸਕਦਾ? ਨਹੀਂ, ਪਹਿਲਾਂ ਐਸਾ ਕੁਝ ਮਾਹੌਲ ਨਹੀਂ ਸੀ, ਕਦੇ ਸੋਚਿਆ ਵੀ ਨਹੀਂ ਸੀ ਐਸਾ ਕੁਝ ਹੋਏਗਾ ਇੱਥੇ। ਬਿਲਕੁਲ ਸ਼ਾਂਤਮਈ ਕੰਟਰੀ ਸੀਗੀ, ਵਧੀਆ ਮਾਹੌਲ ਸੀ ਉੱਥੇ, ਕੋਈ ਐਸੀ ਗੱਲਬਾਤ ਹੈ ਨਹੀਂ ਸੀ। ਜੀ ਕਿਸ ਤਰ੍ਹਾਂ ਦੇ ਲੋਕ ਰਹਿੰਦੇ ਨੇ ਉੱਥੇ ਦੇ, ਕਿੰਨੇ ਕੁ ਸਟੂਡੈਂਟ ਹੋਣਗੇ ਇੱਥੇ ਇੰਡੀਆ ਜਾਂਦੇ ਹੋਣਗੇ? ਆਲਮੋਸਟ 18,000 ਤੋਂ ਅਬਵ ਸਟੂਡੈਂਟਸ ਆ ਉੱਥੇ ਪੂਰੇ ਯੂਕਰੇਨ 'ਚ। ਜਿੱਥੇ ਮੈਂ ਰਹਿ ਰਿਹਾ ਸੀ ਖਾਰਕਿਵ, ਉੱਥੇ ਮੋਸਟਲੀ 4,000 ਤੋਂ 5,000 ਪੀਪਲਸ ਹੈਗੇ ਇੰਡੀਅਨ ਸਟੂਡੈਂਟਸ ਆ ਜਿਹੜੇ। ਸਟੂਡੈਂਟ ਜ਼ਿਆਦਾ ਆਉਂਦੇ ਕਿ ਹੋਰ ਲੋਕੀ ਵੀ ਆਉਂਦੇ ਬਾਹਰ? ਮੋਸਟਲੀ ਜ਼ਿਆਦਾ ਸਟੂਡੈਂਟਸ ਆਉਂਦੇ MBBS ਦੀ ਪੜ੍ਹਾਈ ਕਰਨ, ਤੇ ਬਾਕੀ ਫਾਰਮਾਸਿਊਟੀਕਲ ਇੰਡਸਟਰੀ ਵੀ ਹੈਗੀ ਯੂਕਰੇਨ 'ਚ। ਬਾਰਡਰ ਕਿੰਨੀ ਕੁ ਦੂਰ ਉੱਥੋਂ ਜਿੱਥੇ ਲੜਾਈ ਹੋਈ? ਖਾਰਕਿਵ ਤੋਂ ਬਾਰਡਰ, ਜਿੱਥੇ ਮੈਂ ਰਹਿ ਰਿਹਾ ਸੀ ਖਾਰਕਿਵ ਤੋਂ ਬਾਰਡਰ ਬਿਲਕੁਲ 50 ਕਿਲੋਮੀਟਰ ਦੀ ਦੂਰੀ ਤੇ ਹੈ। ਸਟੂਡੈਂਟ ਜਿਹੜੇ ਸਾਥੀ ਕੀ ਦੱਸ ਰਹੇ ਨੇ ਕਿ ਉਹ ਕਿਸ ਤਰ੍ਹਾਂ ਸੇਫ ਨਿਕਲ ਸਕਦੇ, ਬਾਈ 에ਅਰ ਜਾਂ ਬਾਈ ਰੋਡ? ਉਹ ਸਟੂਡੈਂਟਸ ਤਾਂ ਕਹਿ ਰਹੇ ਸਾਨੂੰ ਜਿਵੇਂ ਮਰਜ਼ੀ ਲੈ ਜਾਓ, ਉਹਨਾਂ ਦਾ ਮੇਨ ਮੋਟਿਵ ਉੱਥੋਂ ਨਿਕਲਣਾ, ਕਿਉਂਕਿ ਬਹੁਤ ਸਿਚੁਏਸ਼ਨ ਬਹੁਤ ਜ਼ਿਆਦਾ ਖਰਾਬ ਹੈਗੀ, ਬੱਚੇ ਡਰੇ ਹੋਏ ਹੈਗੇ। ਉਹ ਸੋਚ ਰਹੇ ਵੀ ਅਸੀਂ ਕਿੱਥੇ ਰਹੀਏ, ਸ਼ੈਲਟਰ 'ਚ ਰਹੀਏ ਕਿ ਫਲੈਟ ਜਾਈਏ ਆਪਦੇ, ਕਿਉਂਕਿ ਉਹਨਾਂ ਕੋਲ ਕੋਈ ਹੁਣ ਸਾਧਨ ਹੈ ਨਹੀਂਗਾ। ਗਰੋਸਰੀ ਸਟੋਰਸ ਮੋਸਟਲੀ ਬੰਦ ਹੋ ਚੁੱਕੇ ਹੈਗੇ। ਪਹਿਲਾਂ ਤਾਂ ਸ਼ੈਲਿੰਗ ਜਿਹੜੀ ਹੈਗੀ ਸੀ ਬਾਰਡਰ ਏਰੀਆ 'ਚ ਚੱਲ ਰਹੀ ਸੀ, ਹੁਣ ਤਾਂ ਸਿਟੀ ਵੀ ਹੋਣ ਲੱਗ ਗਈ ਹੈ, ਇਸ ਕਰਕੇ ਬੱਚੇ ਬਹੁਤ ਜ਼ਿਆਦਾ ਪੈਨਿਕ ਹੋ ਗਏ ਹੈਗੇ। ਉਹਨਾਂ ਨੂੰ ਕੁਝ ਸਮਝ ਨਹੀਂ ਆ ਰਹੀ ਅਸੀਂ ਕਿੱਥੇ ਰਹੀਏ। ਤੁਸੀਂ ਤੁਹਾਡਾ ਪਰਿਵਾਰ 22 ਲੱਖ ਵਧੀਆ ਮੰਨਦੇ ਹੋਗੇ ਟਾਈਮ ਤੇ ਤੁਸੀਂ ਆ ਗਏ? ਹਾਂਜੀ, ਮੈਨੂੰ ਮੇਰੇ ਪਾਪਾ ਨੇ ਕਿਹਾ ਸੀਗਾ ਵੀ ਤੂੰ ਆ ਜਾ, ਕੋਈ ਨਹੀਂ ਬਾਅਦ 'ਚ ਆਪਾਂ ਦੇਖ ਲਾਂਗੇ ਜੋ ਹੋਏਗਾ, ਸਟੱਡੀ ਛੱਡ ਕੇ ਤੂੰ ਇੱਕ ਵਾਰ ਆ ਜਾ ਵਾਪਸ ਵੀ, ਕਿਉਂਕਿ ਮਾਹੌਲ ਪਹਿਲਾਂ ਖਰਾਬ ਹੋ ਰਿਹਾ ਸੀ, ਜਿਵੇਂ ਮੀਡੀਆ ਦੱਸ ਰਿਹਾ ਸੀਗਾ ਕਿ ਮਾਹੌਲ ਖਰਾਬ ਹੋ ਰਿਹਾ ਇੱਥੇ ਬਾਰਡਰ ਤੇ। ਤਾਂ ਮੇਰੇ ਪਾਪਾ ਨੇ ਕਹਿਤਾ ਸੀ ਚਲੋ ਕੋਈ ਨਹੀਂ ਆ ਜਾਓ, 10 ਦਿਨ ਲਗਾ ਜਾਓ, ਵੀ ਜੇ ਸੈੱਟ ਰਿਹਾ ਤਾਂ ਚਲੇ ਜਾਈਏ ਵਾਪਸ। ਤਾਂ ਇਸ ਲਈ ਮੈਂ ਜਲਦੀ ਆ ਗਿਆ ਸੀ ਵਾਪਸ। ਤੁਸੀਂ ਲੱਕੀ ਮੰਨਦੇ ਹੋ ਤੁਸੀਂ ਟਾਈਮ ਸਿਰ ਨਿਕਲੇ? ਹਾਂਜੀ, ਲੱਕੀ ਤਾਂ ਮੰਨਦਾ ਮੈਂ ਆਪਣੇ ਆਪ ਨੂੰ, ਪਰ ਮੇਰੇ ਫਰੈਂਡਸ ਉੱਥੇ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰ ਰਹੇ ਹੈਗੇ, ਇਸ ਕਰਕੇ ਮੈਨੂੰ ਵੀ ਚੰਗਾ ਨਹੀਂ ਲੱਗ ਰਿਹਾ। ਤਾਂ ਮੈਂ ਇੰਡੀਅਨ ਗਵਰਨਮੈਂਟ ਨੂੰ ਇੱਕੋ ਹੀ ਅਰਦਾਸ ਕਰਦਾ ਕਿ ਜਲਦੀ ਤੋਂ ਜਲਦੀ ਬੱਚਿਆਂ ਨੂੰ ਕੱਢਿਆ ਜਾਵੇ ਸਾਰਿਆਂ ਨੂੰ। ਸੋ ਇਸ ਵੇਲੇ ਸਾਰੀ ਦੁਨੀਆ ਦੀਆਂ ਨਜ਼ਰਾਂ ਰੂਸ ਤੇ ਯੂਕਰੇਨ ਦੀ ਜੰਗ ਤੇ ਟਿਕੀਆਂ ਹੋਈਆਂ ਨੇ। ਹਾਲਾਂਕਿ ਕੁਝ ਲੋਕ ਕਹਿ ਰਹੇ ਨੇ ਕਿ ਜੇ ਹੋਰ ਦੇਸ਼ ਇਸ ਵਿੱਚ ਆਏ ਤਾਂ ਵਿਸ਼ਵ ਜੰਗ ਵੀ ਲੱਗ ਸਕਦੀ ਹੈ ਤੇ ਯੂਕਰੇਨ ਬਾਕੀ ਦੇਸ਼ਾਂ ਤੋਂ ਮਦਦ ਮੰਗ ਰਿਹਾ। ਹੁਣ ਦੇਖਣਾ ਹੋਵੇਗਾ ਕਿ ਇਸ ਦਾ ਅੰਤ ਕੀ ਹੁੰਦਾ ਹੈ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।